ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਕਾਰਾਂ ਲਾਈਫ ਹੈਲਥ ਦੀ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬੈਦੀ ਕਲੋਵਸ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 415409090503। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਭ ਤੋਂ ਪਹਿਲਾਂ ਖਬਰ ਕਰਦੇ ਹਾਂ, ਕੁਝ ਖਬਰਾਂ 'ਤੇ ਆਪਾਂ ਨਜ਼ਰ ਮਾਰਦੇ ਹਾਂ। ਇੱਕੋ ਦਿਨ ਦੇ ਵਿੱਚ ਨਿਬੜਿਆ ਸੈਸ਼ਨ, ਕੀ ਗੱਲਾਂ ਹੋਈਆਂ ਪੰਜਾਬ ਬਾਰੇ? ਪੰਜਾਬ ਦੇ ਬਾਰੇ ਕੀ ਗੱਲਾਂ ਉੱਥੇ ਜਿਹੜੀਆਂ ਦੀ ਉਹ ਹੋ ਸਕਦੀਆਂ ਨੇ, ਕਿਉਂਕਿ ਇਹ ਜਿਹੜਾ ਸੈਸ਼ਨ ਸੀਗਾ ਇਹ ਤਾਂ ਇੱਕ ਦਿਨ ਕਿਹਾ ਜਾ ਰਿਹਾ, ਇਹ ਤਾਂ ਕੁਝ ਘੰਟਿਆਂ ਦਾ ਸੀਗਾ। ਜਿਹੜੇ ਪਹਿਲਾਂ ਕੁਝ ਸਮਾਂ ਹੁੰਦਾ, ਕਿਉਂਕਿ ਇੱਕ ਰਵਾਇਤ ਹੈ ਕਿ ਜਿਹੜੀ ਵਿਛੜ ਚੁੱਕੇ ਲੋਕ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਆ, ਉਹ ਕੀਤੀ ਗਈ। ਉਸ ਤੋਂ ਬਾਅਦ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜਿਨ੍ਹਾਂ ਦਾ 400 ਸਾਲਾਂ ਬਾਅਦ ਗੁਰਪੁਰਬ ਮਨਾਇਆ ਜਾ ਰਿਹਾ, ਉਹਨੂੰ ਸਮਰਪਿਤ ਸੀਗਾ ਇਹ ਜਿਹੜਾ ਇੱਕ ਦਿਨ ਦਾ ਸੈਸ਼ਨ। ਉਹਦੇ ਸੰਦਰਭ ਦੇ ਵਿੱਚ ਐਵੇਂ ਕੁਝ ਗੱਲਾਂ ਜਿਹੜੀਆਂ ਕੀਤੀਆਂ ਗਈਆਂ, ਇੱਕ ਦੂਜੇ ਨੂੰ ਯਾਦਗਾਰੀ ਚਿੰਨ੍ਹ ਦਿੱਤੇ ਗਏ। ਇਹ ਠੀਕ ਹੈ ਕਿ ਔਨ ਰਿਕਾਰਡ ਜਿਹੜਾ ਉਹ ਚੜ ਜਾਣਾ, ਇਹ ਵੱਡੀ ਗੱਲ ਹੁੰਦੀ ਹੈ, ਤੇ ਔਨ ਰਿਕਾਰਡ ਇਹ ਚੜ ਗਿਆ। ਔਰ ਔਨ ਰਿਕਾਰਡ ਹੋਣ ਤੋਂ ਬਾਅਦ ਜਿਹੜਾ ਸੀਗਾ 1 ਵਜੇ ਮੁੜ ਕੇ ਫੇਰ ਸੱਦਿਆ ਗਿਆ ਸੈਸ਼ਨ ਉਠਾ ਕੇ। 1 ਵਜੇ ਜਦੋਂ ਜੁੜਿਆ ਤੇ ਨਾਲ ਦੀ ਨਾਲ ਜਿਹੜਾ ਸੀਗਾ ਉਹ ਇਹਨੂੰ ਉਠਾ ਦਿੱਤਾ ਗਿਆ 5 ਮਿੰਟਾਂ ਦੇ ਵਿੱਚ। ਜਿਹੜਾ ਇਹ ਸੈਸ਼ਨ ਸੀਗਾ ਇਹ ਠੀਕ ਹੈ ਕਿ ਸਿਰਫ ਵਿਧਾਨ ਸਭਾ ਦੇ ਰਿਕਾਰਡ ਦੇ ਉੱਤੇ ਚੜ ਜਾਣਾ ਸਾਰਾ ਕੁਝ ਨਹੀਂ ਹੁੰਦਾ। ਜਿਹੜੀਆਂ ਵਿਰੋਧੀ ਧਿਰਾਂ ਮੰਗ ਕਰ ਰਹੀਆਂ ਸੀਗੀਆਂ ਕਿ ਇਸ ਸੈਸ਼ਨ ਨੂੰ ਐਕਸਪੈਂਡ ਕੀਤਾ ਜਾਵੇ, ਈਵਨ ਕਾਂਗਰਸ ਦੇ ਪ੍ਰਧਾਨ ਜਿਹੜੇ ਨੇ ਨਵਜੋਤ ਸਿੰਘ ਸਿੱਧੂ ਹੋਰੀ, ਉਹ ਇਸ ਗੱਲ ਨੂੰ ਕਹਿ ਰਹੇ ਸੀਗੇ ਕਿ ਇਹਨੂੰ ਐਕਸਪੈਂਡ ਕੀਤਾ ਜਾਵੇ, 15 ਦਿਨ ਦੇ ਵਾਸਤੇ ਇਹਨੂੰ ਵਧਾਇਆ ਜਾਵੇ। ਕਾਂਗਰਸ ਪ੍ਰਧਾਨ ਦੀ ਜਦੋਂ ਨਹੀਂ ਜਿਹੜਾ ਉਹ ਮੰਨੀ ਗਈ, ਤੇ ਹੋਰ ਕਿਸੇ ਦੀ ਕੀ ਮੰਨੀ ਉੱਥੇ ਜਿਹੜੀ ਜਾਣੀ ਸੀਗੀ। ਪੰਜਾਬ ਦੇ ਨਾਲ ਸੰਬੰਧਿਤ ਜਿਹੜੇ ਮੁੱਦੇ ਨੇ ਉਹ ਤਾਂ ਉਦਾਂ ਹੀ ਜਿਹੜਾ ਉਹ ਰਹਿ ਗਏ। 8 ਸਤੰਬਰ ਨੂੰ 6 ਮਹੀਨੇ ਹੋਣੇ ਆ ਪਿਛਲਾ ਵਿਧਾਨ ਸਭਾ ਦਾ ਸੈਸ਼ਨ ਸੱਦਿਆ। ਸੰਵਿਧਾਨ ਦੇ ਮੁਤਾਬਕ 6 ਮਹੀਨਿਆਂ ਦੇ ਵਿੱਚ ਸੈਸ਼ਨ ਸੱਦਣਾ ਜ਼ਰੂਰੀ ਹੁੰਦਾ। ਇਉਂ ਕਿਹਾ ਜਾ ਸਕਦਾ ਕਿ ਜਿਹੜੇ ਇੱਕ ਕਿਸਮ ਦੇ ਨਾਲ ਇਹ ਕਾਗਜ਼ਾਂ ਦਾ ਢਿੱਡ ਭਰ ਦਿੱਤਾ ਗਿਆ। ਖਾਨਾ ਪੂਰਤੀ ਕਰਕੇ ਇੱਕ ਦਿਨ ਦਾ ਸੈਸ਼ਨ ਉਹਨੂੰ ਧਾਰਮਿਕ ਰੰਗਤ ਇਸ ਕਰਕੇ ਦੇ ਦਿੱਤੀ ਗਈ ਕਿ ਕੋਈ ਬੋਲੂਗਾ ਨਹੀਂ, ਔਰ ਉਹ ਪੂਰਾ ਕਰ ਦਿੱਤਾ ਗਿਆ। ਇਹ ਕਿਹਾ ਗਿਆ ਕਿ ਦੂਜਾ ਸੈਸ਼ਨ ਅਸੀਂ ਜਲਦੀ ਜਿਹੜਾ ਉਹ ਸੱਦਾਂਗੇ। ਜਲਦੀ ਕਿਉਂ ਸੱਦੋਗੇ, ਹੁਣ ਕਿਉਂ ਨਹੀਂ ਸੀ ਸੱਦਿਆ ਜਾ ਸਕਦਾ? ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਉਹ ਸਵਾਲ ਹੈ। ਉਂਝ ਵੈਸੇ ਇਸੇ ਦਿਨ 3 ਸਤੰਬਰ ਜਿਹੜਾ ਸੀਗਾ, 3 ਸਤੰਬਰ ਨੂੰ 13 ਜਾਣੇ ਸੀਗੇ ਜਿਹੜੇ ਗਦਰ ਪਾਰਟੀ ਦੇ ਨਾਲ ਸੰਬੰਧਿਤ, ਜਿਨ੍ਹਾਂ ਨੂੰ ਅੰਬਾਲਾ ਦੀ ਸੈਂਟਰਲ ਜੇਲ੍ਹ ਦੇ ਵਿੱਚ 1915 ਦੇ ਵਿੱਚ ਫਾਂਸੀ ਦਿੱਤੀ ਗਈ ਸੀਗੀ। ਉਹਨਾਂ ਨੂੰ ਯਾਦ ਤੱਕ ਨਹੀਂ ਕੀਤਾ ਗਿਆ, ਕਿਉਂਕਿ ਕਿਸੇ ਨੂੰ ਯਾਦ ਹੀ ਨਹੀਂ। ਇਸ ਤਰ੍ਹਾਂ ਦੀਆਂ ਚੀਜ਼ਾਂ ਤਾਂ ਜਿਹੜੀਆਂ ਉਹ ਯਾਦ ਨਹੀਂ ਕੀਤੀਆਂ ਜਾਂਦੀਆਂ। ਇਹ ਜਿਹੜਾ ਸੈਸ਼ਨ ਸੀਗਾ ਇਹ ਤੁਸੀਂ ਇਹ ਕਹਿ ਲਓ ਕਿ ਸਿਆਸਤ ਦੀ ਭੇਡ ਇੱਕ ਕਿਸਮ ਦੇ ਨਾਲ ਚੜ ਗਿਆ। ਜਿਹੜੀਆਂ ਸਿਆਸੀ ਧਿਰਾਂ ਨੇ ਜਦੋਂ ਤਾਂ ਉਹ ਹੁੰਦੀਆਂ ਨੇ ਵਿਰੋਧੀ ਧਿਰਾਂ ਦੇ ਵਿੱਚ, ਤਾਂ ਉਹ ਇਹ ਗੱਲ ਕਹਿੰਦੀਆਂ ਨੇ ਜੀ ਕਿ ਸੈਸ਼ਨ ਲੰਬਾ ਹੋਵੇ। ਜਿਵੇਂ ਕੱਲ ਬਿਕਰਮ ਸਿੰਘ ਮਜੀਠੀਆ ਹੋਰੀ ਇਹ ਗੱਲ ਕਹਿ ਰਹੇ ਸੀ ਵਿਧਾਨ ਸਭਾ ਦੇ ਬਾਹਰ ਕਿ 15 ਦਿਨ ਦਾ ਸੈਸ਼ਨ ਕਰੋ। ਉਹ ਇੱਕ ਗੱਲ ਭੁੱਲੇ ਕਿ ਜਦੋਂ 10 ਸਾਲ ਸਰਕਾਰ ਅਕਾਲੀ ਦਲ ਬਾਦਲ ਤੇ ਭਾਜਪਾ ਦੀ ਰਹੀ, ਉਹ ਵੀ ਨੈਨੋ ਸੈਸ਼ਨ ਕਰਦੇ ਰਹੇ, ਭਾਵ ਕਿ ਛੋਟੇ ਤੋਂ ਛੋਟਾ ਜਿੰਨਾ ਛੋਟਾ ਉਹ ਕਰ ਸਕਦੇ ਸੀ ਉਹਨਾਂ ਸੈਸ਼ਨ ਉਹਨਾਂ ਨੇ ਕੀਤਾ। ਤੁਹਾਨੂੰ ਇਹ ਵੀ ਯਾਦ ਹੋਣਾ ਕਿ ਕਾਂਗਰਸ ਦੇ ਕੁਝ ਵਿਧਾਇਕ ਵਿਧਾਨ ਸਭਾ ਦੇ ਅੰਦਰ ਰਹੇ ਸੀਗੇ ਉਸ ਵੇਲੇ। ਉਹਨਾਂ ਨੇ ਬੜੀਆਂ ਉਦੋਂ ਫੋਟੋਆਂ ਪਾਈਆਂ ਸੀ ਅੰਦਰੋਂ ਕਿ ਜੀ ਅਸੀਂ ਇਹ ਕਹਿ ਰਹੇ ਹਾਂ ਕਿ ਇਹਨੂੰ ਵਧਾਇਆ ਜਾਣਾ ਚਾਹੀਦਾ। ਉਹ ਸਾਰੇ ਭੁੱਲ ਭੁਲਾ ਗਏ।
ਜਦੋਂ ਉਹ ਸੱਤਾ ਦੇ ਵਿੱਚ ਆ ਗਏ ਤੇ ਉਹਨਾਂ ਨੇ ਛੋਟੇ ਤੋਂ ਛੋਟਾ ਸੈਸ਼ਨ ਜਿਹੜਾ ਸੀ ਉਹ ਕਰਨਾ ਸ਼ੁਰੂ ਕਰ ਦਿੱਤਾ। ਇਸ ਗੱਲ ਦੀ ਆਸ ਉਮੀਦ ਬਹੁਤ ਥੋੜੀ ਆ ਕਿ ਕੋਈ ਹੋਰ ਸੈਸ਼ਨ ਜਿਹੜਾ ਉਹ ਹੋਊਗਾ ਅਗਲੇ ਦਿਨਾਂ ਦੇ ਦੌਰਾਨ, ਤੇ ਉਹਦੇ ਵਿੱਚ ਪੰਜਾਬ ਦੇ ਨਾਲ ਸੰਬੰਧਿਤ ਮਸਲੇ ਜਿਹੜੇ ਨੇ ਉਹ ਚੁੱਕੇ ਜਾਣਗੇ। ਇਹ ਇਸ ਪੱਖੋਂ ਤਾਂ ਔਨ ਰਿਕਾਰਡ ਰਹੂਗਾ ਕਿ ਫਿਰ ਵੀ ਕਿ ਗੁਰੂ ਤੇਗ ਬਹਾਦਰ ਜਿਹੜੇ ਸੀਗੇ ਜੀ, ਉਹਨਾਂ ਨੂੰ ਸਮਰਪਿਤ, ਉਹਨਾਂ ਦੇ ਗੁਰਪੁਰਬ ਨੂੰ ਸਮਰਪਿਤ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਸੀ। ਪਰ ਇਹਦੇ ਨਾਲ ਨਾਲ ਇਸ ਜ਼ਿੰਮੇਵਾਰੀ ਤੋਂ ਵੀ ਨਹੀਂ ਭੱਜਿਆ ਜਾ ਸਕਦਾ ਨਾ ਜੀ ਕਿ ਇਸ ਵੇਲੇ ਪੰਜਾਬ ਬਹੁਤ ਸਾਰੀਆਂ ਸਮੱਸਿਆਵਾਂ ਦੇ ਦਰਪੇਸ਼ ਹੈ। ਉਹਨਾਂ ਦੇ ਮੁੱਦੇ ਕਿੱਥੇ ਚੁੱਕੇ ਜਾਣਗੇ ਜੇਕਰ ਉਹ ਵਿਧਾਨ ਸਭਾ ਦੇ ਵਿੱਚ ਨਹੀਂ ਚੁੱਕੇ ਜਾਂਦੇ। ਜੀ 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 ਬਿਲਕੁਲ। ਹੁਣ ਤਾਂ ਦੇਖਣ ਵਾਲੀ ਗੱਲ ਹੋ ਅੱਗੇ ਨਵਜੋਤ ਸਿੱਧੂ ਦੀ ਇੱਕ ਨਵੀਂ ਕੋਸ਼ਿਸ਼ ਹੈ ਕਾਂਗਰਸ ਦਾ ਢਾਂਚਾ ਜਿਹੜਾ ਆ ਉਹਨੂੰ ਚੇਂਜ ਕਰਨ ਦੀ। ਇਹ ਆਪਣੇ ਬੰਦੇ ਖੜੇ ਕਰੋ ਜ਼ਿਆਦਾ। ਦੇਖੋ, ਐਕਚੁਅਲੀ ਕੱਲ ਜਿਹੜਾ ਸੈਸ਼ਨ ਹੋ ਕੇ ਹਟਿਆ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਵੀ ਗਏ। ਅੱਖਾਂ ਤਾਂ ਨਹੀਂ ਮਿਲਾਈਆਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ, ਕਾਲੇ ਕੱਪੜੇ ਪਾ ਕੇ ਪਹੁੰਚੇ ਜ਼ਰੂਰ ਹੋਏ ਸੀਗੇ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਮੀਟਿੰਗ ਜਿਹੜੀ ਰੱਖੀ ਪ੍ਰਗਟ ਸਿੰਘ ਹੋਰਾਂ ਦੇ ਘਰੇ। ਪ੍ਰਗਟ ਸਿੰਘ ਹੋਰਾਂ ਦੇ ਘਰੇ ਹੋਈ ਇਸ ਮੀਟਿੰਗ ਦੇ ਵਿੱਚ ਜਿਹੜੇ ਲਾਏ ਗਏ ਕਾਰਜਕਾਰੀ ਪ੍ਰਧਾਨ ਉਹ ਸਾਰੇ ਦੇ ਸਾਰੇ ਹਾਜ਼ਰ ਸੀਗੇ। ਇਹ ਕਿਹਾ ਜਾ ਰਿਹਾ ਹੈ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਧੜੇ ਨੇ ਪਿਛਲੇ ਦਿਨੀ ਇੱਕ ਡਿਨਰ ਕੀਤਾ ਸੀ, ਉਹਦੇ ਵਿੱਚ ਆਪਣੀ ਤਾਕਤ ਉਹਨਾਂ ਨੇ ਸ਼ੋਅ ਕਰ ਦਿੱਤੀ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੋਰੀ ਤਾਕ ਦੇ ਵਿੱਚ ਨੇ ਕਿ ਕਿਸੇ ਤਰੀਕੇ ਦੇ ਨਾਲ ਉਹ ਪਟਕਣੀ ਦੇ ਸਕਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਧੜੇ ਨੂੰ। ਜਿਹੜਾ ਦਿੱਲੀ ਦੇ ਵਾਸਤੇ ਕਿਹਾ ਜਾ ਰਿਹਾ ਸੀਗਾ, ਉਹਦੇ ਵਾਸਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਗੱਲ ਕਹੀ ਆ ਕਿ ਉਹ ਤਾਂ ਆਪਣੇ ਪਰਸਨਲ ਕਿਸੇ ਕੰਮ ਦੇ ਵਾਸਤੇ ਦਿੱਲੀ ਗਏ ਸੀਗੇ, ਹਾਈ ਕਮਾਂਡ ਨੂੰ ਮਿਲਣ ਲਈ ਤਾਂ ਉਹ ਗਏ ਹੀ ਨਹੀਂ ਸੀਗੇ। ਤੋ ਇਹ ਬੜਾ ਜਿਹੜਾ ਜੀ ਪਿਛਲੇ ਦਿਨਾਂ ਤੋਂ ਚਰਚਾ ਚੱਲਦਾ ਰਿਹਾ ਕਿ ਕੀ ਨਵਜੋਤ ਸਿੰਘ ਸਿੱਧੂ ਹੋਰੀ ਹਾਈ ਕਮਾਂਡ ਨੂੰ ਮਿਲਣ ਗਏ ਸੀ। ਹਾਈ ਕਮਾਂਡ ਨੇ ਉਹਨਾਂ ਨੂੰ ਟਾਈਮ ਹੀ ਨਹੀਂ ਦਿੱਤਾ। ਉਹ ਕਹਿੰਦੇ ਮੈਂ ਹਾਈ ਕਮਾਂਡ ਤੋਂ ਟਾਈਮ ਮੰਗਿਆ ਹੀ ਨਹੀਂ ਸੀਗਾ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੇ ਜਥੇਬੰਦਕ ਢਾਂਚਾ ਉਹਦਾ ਪੈਨਲ ਤਿਆਰ ਕਰਨ ਦੇ ਵਾਸਤੇ ਮੀਟਿੰਗਾਂ ਉਹਨਾਂ ਨੇ ਸ਼ੁਰੂ ਕੀਤੀਆਂ ਨੇ, ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਵੱਖ-ਵੱਖ ਜਿਹੜੇ ਹੈਗੇ ਨੇ ਕਾਂਗਰਸ ਦੇ ਧੜੇ, ਉਹਨਾਂ ਦੇ ਨਾਲ ਉਹ ਮੀਟਿੰਗਾਂ ਕਰਦੇ ਰਹੇ ਨੇ। ਜਦੋਂ ਪਿਛਲੇ ਪ੍ਰਧਾਨ ਸੀਗੇ ਜਿਹੜੇ ਜਾਖੜ ਸਾਹਿਬ, ਉਹਨਾਂ ਨੇ ਇੱਕ ਢਾਂਚਾ ਤਾਂ ਬਣਾ ਕੇ ਕੀਤਾ ਸੀਗਾ ਸਾਂਝਾ ਹਾਈ ਕਮਾਂਡ ਦੇ ਨਾਲ। ਹਾਈ ਕਮਾਂਡ ਨੇ ਉਹਨਾਂ ਨੂੰ ਉਹਦੇ ਉੱਤੇ ਸਹੀ ਨਹੀਂ ਸੀ ਪਾਈ, ਇਸ ਕਰਕੇ ਉਹ ਢਾਂਚੇ ਵਾਲਾ ਕੰਮ ਵਿੱਚ ਵਿਚਾਲੇ ਹੀ ਰਹਿ ਗਿਆ। ਹੁਣ ਨਵਜੋਤ ਸਿੰਘ ਸਿੱਧੂ ਹੋਰੀ ਸੋਚਦੇ ਆ ਕਿ ਜੇਕਰ ਜਥੇਬੰਦਕ ਢਾਂਚਾ ਪੂਰਾ ਕਰ ਲਿਆ ਜਾਵੇ ਤੇ ਉਹਦੇ ਵਿੱਚ ਆਪਣੇ ਬੰਦੇ ਜਿਹੜੇ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਧੜੇ ਦੇ ਬੰਦੇ ਨੇ ਉਹ ਫਿੱਟ ਕਰ ਲਏ ਜਾਣ ਤੇ ਨਵਜੋਤ ਸਿੰਘ ਸਿੱਧੂ ਨੂੰ ਫਿਰ ਥੋੜਾ ਕੰਮ ਸੌਖਾ ਹੋ ਸਕਦਾ ਹੈ। ਇਹ ਕਿਹਾ ਜਾ ਰਿਹਾ ਕਿ ਜਿਹੜੀ ਸਭ ਤੋਂ ਵੱਡੀ ਸਮੱਸਿਆ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇਹ ਆ ਰਹੀ ਹੈ ਕਿ ਉਹਨਾਂ ਨੂੰ ਕਾਂਗਰਸ ਦੇ ਗਰਾਊਂਡ ਲੈਵਲ ਦੇ ਉੱਤੇ ਉਹਨਾਂ ਸਹਿਯੋਗ ਨਹੀਂ ਮਿਲ ਰਿਹਾ ਜਿੰਨੇ ਸਹਿਯੋਗ ਦੀ ਐਕਸਪੈਕਟੇਸ਼ਨਸ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੀਤੀ ਸੀ। ਗਰਾਊਂਡ ਤੇ ਕੰਮ ਹੀ ਨਹੀਂ ਕੀਤਾ ਤਾਂ ਕਿਵੇਂ ਹੋਊਗਾ। ਸੰਯੁਕਤ ਮੋਰਚੇ ਦੀ ਜਿਹੜੀ ਰੈਲੀ ਹੋਣੀ ਆ ਮੁਜ਼ੱਫਰਪੁਰ ਦੇ ਵਿੱਚ, ਉਸ ਤੇ ਸਭ ਦੀਆਂ ਅੱਖਾਂ ਲੱਗੀਆਂ ਹੋਈਆਂ। ਕਿਉਂਕਿ ਕੱਲ ਨੂੰ ਇਹ ਰੈਲੀ ਆ 5 ਤਰੀਕ ਨੂੰ ਮੁਜ਼ੱਫਰਨਗਰ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ। ਇਸ ਰੈਲੀ ਨੇ ਜਿਹੜੇ ਉੱਤਰ ਪ੍ਰਦੇਸ਼ ਦੀ ਚੋਣ ਹੈ 2022 ਦੇ ਵਿੱਚ ਹੋਣੀ, ਉਹਦੇ ਬਾਰੇ ਦੇ ਵਿੱਚ ਕਈ ਕੁਝ ਤੈਅ ਕਰਨਾ, ਕਿਉਂਕਿ ਕਿਸਾਨ ਜਥੇਬੰਦੀਆਂ ਓਪਨ ਐਲਾਨ ਕਰਦੀਆਂ ਨੇ ਕਿ ਸਾਡੀ ਗੱਲ ਜਿਹੜੀ ਉਹ ਮੰਨੀ ਨਹੀਂ ਜਾ ਰਹੀ, ਸਾਡੀ ਗੱਲ ਸੁਣੀ ਨਹੀਂ ਜਾ ਰਹੀ। ਇਸ ਕਰਕੇ ਅਸੀਂ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਦੇ ਵਾਸਤੇ, ਕਿਉਂਕਿ ਉੱਤਰ ਪ੍ਰਦੇਸ਼ ਬਹੁਤ ਅਹਿਮ ਹੈ, ਦਿੱਲੀ ਦੀ ਕੁਰਸੀ ਵਾਇਆ ਲਖਨਊ ਹੋ ਕੇ ਆਉਂਦੀ ਹੈ, ਇਹ ਸਾਰੇ ਜਾਣਦੇ ਆ। ਕਿਸਾਨਾਂ ਨੂੰ ਇਹ ਪਤਾ ਕਿ ਦੁੱਖ ਦੀ ਰਗ ਤੇ ਹੱਥ ਧਰਾਂਗੇ ਤੇ ਗੱਲ ਬਣਨੀ ਹੈ। ਉਹਨਾਂ ਨੇ ਪਹਿਲਾਂ ਵੀ ਪੱਛਮੀ ਬੰਗਾਲ ਦੇ ਵਿੱਚ ਜਾ ਕੇ ਇੱਕ ਵੱਡਾ ਰੋਲ ਨਿਭਾਇਆ ਸੀਗਾ, ਉੱਥੋਂ ਦੀਆਂ ਚੋਣਾਂ ਦੇ ਵਿੱਚ ਕਿਸੇ ਨੂੰ ਸ਼ੱਕ ਸ਼ੁਬਾ ਨਹੀਂਗਾ। ਹੁਣ 5 ਸਤੰਬਰ ਨੂੰ ਇਹ ਕਿਸਾਨ ਮਹਾਪੰਚਾਇਤ ਰੱਖੀ ਗਈ ਹੈ। ਇਸ ਰੈਲੀ ਦੇ ਵਿੱਚ ਪੰਜਾਬ ਸਣੇ ਦੂਰ ਦੇ ਰਾਜਾਂ ਤੋਂ ਵੀ ਅੱਜ ਕਿਸਾਨ ਉੱਥੇ ਪੁੱਜਣੇ ਸ਼ੁਰੂ ਹੋ ਗਏ ਨੇ। ਗਾਜ਼ੀਪੁਰ ਬਾਰਡਰ ਮੋਰਚੇ ਦੇ ਆਗੂਆਂ ਨੇ ਮੁਜ਼ੱਫਰਨਗਰ ਦੇ ਵਿੱਚ ਡੇਰੇ ਲਾ ਲਿਆ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਕੇਸ਼ ਟਕੈਤ, ਜਿਹੜੇ ਕਿ ਇਸ ਰੈਲੀ ਦੇ ਵਾਸਤੇ ਹਰ
ਸੰਭਵ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ ਇਹਨੂੰ ਸਫਲ ਬਣਾਉਣ ਦੇ ਵਾਸਤੇ। ਉਹ ਉੱਥੇ ਕਿਸਾਨ ਆਗੂਆਂ ਦੇ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਨੇ। ਦੇਸ਼ ਦੇ ਮਿੰਨੀ ਪੰਜਾਬ ਦੇ ਵਜੋਂ ਜਾਣਿਆ ਜਾਂਦਾ ਤਰਾਈ ਇਲਾਕੇ ਦੇ ਵਿੱਚ ਅੰਗਰੇਜ਼ਾਂ ਤੇ ਫਿਰ ਤਤਕਾਲੀ ਕੇਂਦਰ ਸਰਕਾਰ ਨੇ ਦੁਆਬੇ ਮਾਝੇ ਦੇ ਸਿੱਖ ਕਿਸਾਨਾਂ ਨੂੰ ਵੱਡੇ ਜੰਗਲੀ ਟੱਕ ਆਬਾਦ ਕਰਨ ਦੇ ਵਾਸਤੇ ਦਿੱਤੇ ਸੀਗੇ। ਉੱਥੋਂ ਦੇ ਜਿਹੜੇ ਆਗੂ ਨੇ ਉਹ ਕਹਿੰਦੇ ਆ ਕਿ ਮੁਜ਼ੱਫਰਨਗਰ ਦੀ ਰੈਲੀ ਵਾਲੀ ਥਾਂ ਦੇ ਨੇੜੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਲੰਗਰ ਤੇ ਹੋਰ ਸਹੂਲਤਾਂ ਕਿਸਾਨਾਂ ਨੂੰ ਦੇਣ ਦਾ ਭਰੋਸਾ ਕੀਤਾ। ਇਹ ਵੀ ਕਿਹਾ ਕਿ 4 ਤਰੀਕ ਨੂੰ ਅੱਜ ਭਾਵ ਸ਼ਹਿਰ ਬੰਦ ਰਹੂਗਾ, ਦੁਕਾਨਦਾਰ ਭਰਾ ਦੁਕਾਨਾਂ ਅੱਗੇ ਲੰਗਰ ਕਿਸਾਨਾਂ ਲਈ ਲਾਉਣਗੇ। ਇਹ ਆਪਣੇ ਆਪ ਦੇ ਵਿੱਚ ਥੋੜੀ ਵੱਖਰੀ ਗੱਲ ਹੈ ਕਿ ਛੋਟੇ ਜਿਹੜੇ ਬਿਜ਼ਨਸਮੈਨ ਨੇ ਉਹ ਵੀ ਕਿਸਾਨਾਂ ਦੇ ਨਾਲ ਆ ਰਹੇ ਆ। ਇਸ ਪੂਰੇ ਖੇਤਰ ਦੇ ਵਿੱਚ ਟਕੈਤ ਪਰਿਵਾਰ ਦਾ ਜਿਹੜੀ ਜੀ ਉਹ ਬਹੁਤ ਵੱਡੀ ਇੱਕ ਜਗ੍ਹਾ ਹੈ। ਜਿਹੜੇ ਰਕੇਸ਼ ਟਕੈਤ ਹੋਰਾਂ ਦੇ ਪਿਤਾ ਜੀ ਨੇ ਉਹਨਾਂ ਨੇ ਕਿਸਾਨਾਂ ਦੇ ਵਾਸਤੇ ਬਹੁਤ ਸਾਰਾ ਕੰਮ ਕੀਤਾ, ਜਿਹਦੇ ਕਰਕੇ ਇੱਥੇ ਉਹਨਾਂ ਦੀ ਬਹੁਤ ਭੱਲ ਹੈ। ਉਂਝ ਵੀ ਕਿਸਾਨ ਮੋਰਚਾ ਜਿਹੜਾ ਜਦੋਂ ਤੋਂ ਸ਼ੁਰੂ ਹੋਇਆ ਉਹ ਪੰਜਾਬ ਤੋਂ ਸਟਾਰਟ ਹੋ ਕੇ ਹਰਿਆਣਾ ਪੂਰਾ ਸਮੁੱਚਾ ਉਹਨੇ ਆਪਣੇ ਕਲਾਵੇ 'ਚ ਲਿਆ ਹੋਇਆ। ਉੱਤਰ ਪ੍ਰਦੇਸ਼ ਵੱਲ ਨੂੰ ਬੜੀ ਤੇਜ਼ੀ ਦੇ ਨਾਲ ਇਹ ਵੱਧ ਰਿਹਾ। ਔਰ ਇਸ ਦੇ ਵਿੱਚ ਇਹ ਜਿਹੜੀ ਰੈਲੀ ਆ 5 ਤਰੀਕ ਨੂੰ ਇਹ ਬਹੁਤ ਸਾਰੀਆਂ ਤੁਸੀਂ ਕਹਿ ਲਓ ਕਿ ਗੱਲਾਂ ਦਾ ਜਵਾਬ ਦੇਊਗੀ। ਔਰ ਇਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਿਹੜਾ ਇੱਕ ਕਿਸਮ ਦੇ ਨਾਲ ਇੱਕ ਵੱਡਾ ਰੋਲ ਅਦਾ ਕਰੂਗੀ ਇੱਥੇ ਇਸ ਖਿੱਤੇ ਦੇ ਵਿੱਚ। ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 5 ਤਰੀਕ ਨੂੰ ਚੂੜਾਂ ਹਿਲਾਈਆਂ ਜਾਣ ਕੇਂਦਰ ਦੀ ਸਰਕਾਰ ਦੀਆਂ, ਔਰ ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਰਾਹੀਂ ਲੈਣੀਆਂ ਨੇ ਕਿਉਂਕਿ ਉੱਥੇ ਯੋਗੀ ਸਰਕਾਰ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਯੋਗੀ ਤੇ ਮੋਦੀ ਹੁਰੀ ਇੱਕ ਕਿਸਮ ਦੇ ਨਾਲ ਆਮੋ ਸਾਹਮਣੇ ਨੇ। ਜੇਕਰ ਯੋਗੀ ਹੋਰਾਂ ਦੀ ਸਰਕਾਰ ਜਿਹੜੀ ਕਿ ਹੁਣ ਇਹ ਗੱਲ ਕਹਿੰਦੀ ਹੈ ਕਿ ਅਸੀਂ ਗੰਨੇ ਦਾ ਬਕਾਇਆ ਛੇਤੀ ਦੇ ਦਿਆਂਗੇ, ਕਿਸਾਨਾਂ ਦੇ ਉੱਤੇ ਦਰਜ ਕੀਤੇ ਮਾਮਲੇ ਜਿਹੜੇ ਆ ਉਹ ਵਾਪਸ ਲਏ ਜਾ ਰਹੇ ਆ, ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਯੋਗੀ ਸਰਕਾਰ ਵੀ ਹਿੱਲੀ ਹੋਈ ਹੈ। 5 ਤਰੀਕ ਦੀ ਜਿਹੜੀ ਇਹ ਰੈਲੀ ਹੈ ਭੜਕਦੀ, ਉਹਦੇ ਉੱਤੇ ਵਿਸ਼ਵ ਦੀਆਂ ਨਿਗਾਹਾਂ ਜਿਹੜੀਆਂ ਉਹ ਰਹਿਣਗੀਆਂ। ਵਿਸ਼ਵ ਭਰ ਦੇ ਵਿੱਚ ਬੈਠਾ ਭਾਈਚਾਰਾ ਤੇ ਵਿਸ਼ਵ ਭਰ ਦੇ ਖਬਰੀ ਜਿਹੜੇ ਲੋਕ ਨੇ ਉਹ ਇਹਨੂੰ ਕਲੋਜ਼ਲੀ ਵਾਚ ਕਰ ਰਹੇ ਆ ਕਿਉਂਕਿ ਇਹ ਕਿਹਾ ਜਾ ਰਿਹਾ ਕਿ ਮੁਲਕ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਸਭ ਤੋਂ ਵੱਡੀਆਂ ਰੈਲੀਆਂ ਨੇ ਗੈਦਰਿੰਗ ਦੇ ਪੱਖੋਂ, ਉਹਨਾਂ ਦਾ ਰਿਕਾਰਡ ਇਹ ਰੈਲੀ ਤੋੜੂਗੀ। ਸਰਕਾਰਾਂ ਇਹਨੂੰ ਤਾਰ ਪੀਡੋ ਕਰਨ ਦੇ ਵਾਸਤੇ ਕੀ ਯਤਨ ਕਰਦੀਆਂ ਨੇ ਇਹ ਵੀ ਵੇਖਣ ਵਾਲੀ ਗੱਲ ਜੀ। ਤੇ ਅੱਗੇ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਆ ਉਹਨਾਂ ਨੂੰ ਇੰਨੀ ਕਾਹਲੀ ਨਹੀਂ ਕਰਨੀ ਚਾਹੀਦੀ ਰੈਲੀਆਂ ਕਰਨੇ ਲਈ। ਦੇਖੋ ਇਸ ਮਾਮਲੇ ਦੇ ਉੱਤੇ ਵੈਸੇ ਕਿਸਾਨ ਜਥੇਬੰਦੀਆਂ ਪਹਿਲਾਂ ਤੋਂ ਇਹ ਗੱਲ ਕਹਿੰਦੀਆਂ ਨੇ ਕਿ ਕਾਹਲੀ ਕਾਹਦੀ ਪਈ ਹੋਈ ਆ ਇਹਨਾਂ ਸਿਆਸੀ ਪਾਰਟੀਆਂ ਨੂੰ ਕਿ ਛੇਤੀ ਛੇਤੀ ਅਸੀਂ ਆਪਣੇ ਉਮੀਦਵਾਰ ਐਲਾਨ ਕਰ ਲਈਏ, ਛੇਤੀ ਛੇਤੀ ਅਸੀਂ ਆਪਣੇ ਚੋਣ ਮੈਨੀਫੈਸਟੋ ਜਾਰੀ ਕਰ ਲਈਏ। ਜਿਹੜੇ ਸਿਆਸੀ ਧਿਰਾਂ ਨੇ ਖਾਸ ਤੌਰ ਦੇ ਉੱਤੇ ਇਹਦੇ ਵਿੱਚ ਅਕਾਲੀ ਦਲ ਬਾਦਲ ਉਹ ਪਿਛਲੇ ਦਿਨਾਂ ਤੋਂ ਇਹ ਗੱਲ ਕਹਿੰਦਾ ਰਿਹਾ ਜੀ ਕਿ ਸੰਯੁਕਤ ਕਿਸਾਨ ਮੋਰਚਾ ਕਹਿੰਦਾ ਕਿ ਸਿਰਫ ਅਸੀਂ ਵਿਰੋਧ ਭਾਰਤੀ ਜਨਤਾ ਪਾਰਟੀ ਦਾ ਕਰਨਾ, ਦੂਜਿਆਂ ਦਾ ਕਿਸੇ ਦਾ ਨਹੀਂ ਜਿਹੜਾ ਉਹ ਕਰਨਾ, ਇਹ ਗੱਲ ਕਹਿੰਦਾ ਰਿਹਾ। ਤੇ ਹੁਣ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਾਂ ਰਾਜੇਵਾਲ ਸਾਹਿਬ ਦਾ ਬਿਆਨ ਜਿਹੜਾ ਕੱਲ ਦਾ ਇਹ ਆਇਆ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਅਪੀਲ ਕਰਦੇ ਹਾਂ ਕਿ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਅਟਕ ਜਾਣ। ਐਡੀ ਕਾਹਲੀ ਕਿਉਂ ਉਹ ਕਰ ਰਹੀਆਂ ਨੇ ਕਿ ਹੁਣੇ ਤੋਂ ਚੋਣ ਸਰਗਰਮੀਆਂ ਸ਼ੁਰੂ ਕਰ ਲਈਆਂ। ਡਾਕਟਰ ਦਰਸ਼ਨਪਾਲ ਹੋਰੀ ਕਹਿੰਦੇ ਨੇ ਕਿ ਸਿਆਸੀ ਪਾਰਟੀਆਂ ਕਈ ਮਹੀਨਿਆਂ ਤੋਂ ਕਿਸਾਨ ਸੰਘਰਸ਼ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਉਹਨਾਂ ਕਿਹਾ ਕਿ ਅਸੀਂ ਇਹ ਆਗੂਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੇ ਉਹ ਸੱਚੀ ਮੁੱਚੀ ਕਿਸਾਨਾਂ ਦੇ ਸੰਘਰਸ਼ ਦੇ ਸਮਰਥਨ ਦੇ ਵਿੱਚ ਨੇ ਤੇ ਪੰਜਾਬ ਵਿਧਾਨ ਸਭਾ ਦੀ ਚੋਣਾਂ ਸੰਬੰਧੀ ਪ੍ਰਚਾਰ ਅਜੇ ਸ਼ੁਰੂ ਨਾ ਕਰਨ। ਮੋਰਚੇ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਪਿਛਲੇ ਸਮੇਂ ਦੇ ਵਿੱਚ ਭਾਜਪਾ ਦਾ ਸਹਿਯੋਗੀ ਰਹਿਣ ਕਰਕੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦਾ ਸਮਰਥਨ ਕਰਨ ਕਰਕੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਿਹਾ। ਹਰਿਆਣੇ ਦੇ ਵਿੱਚ ਪੈਂਦੇ ਰਵਾੜੀ ਦੇ ਕਿਸਾਨਾਂ ਨੇ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਭਲਕੇ ਹੋਣ ਵਾਲੀ ਰਵਾੜੀ ਦੇ ਵਿੱਚ ਜਿਹੜੀ ਰੈਲੀ ਆ ਉਹਦੇ ਵਿੱਚ ਨਾ ਪਹੁੰਚਣ ਦੀ ਚੇਤਾਵਨੀ ਦਿੱਤੀ ਹੈ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਸਾਨਾਂ ਨੇ ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕਰ ਨੂੰ ਮੰਗਾਂ ਮੰਨਣ ਸੰਬੰਧੀ ਚੇਤਾਵਨੀ ਦਿੱਤੀ ਹੈ ਤੇ ਇਹ ਕਿਹਾ
ਕਿ ਮੰਗਾਂ ਦੇ ਵਿੱਚ ਖਰੀਦ ਕੇਂਦਰਾਂ ਤੇ APMC ਮੰਡੀਆਂ ਦੀ ਸਥਾਪਨਾ, ਸਿਓ, ਟਮਾਟਰ, ਅਦਰਕ, ਲਸਣ ਦੇ ਵਾਜਬ ਮੁੱਲ ਦੀ ਗਰੰਟੀ ਜਿਹੜੀ ਉਹ ਸ਼ਾਮਿਲ ਹੈ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਇੱਕ ਵਿਸ਼ੇਸ਼ ਮੀਟਿੰਗ ਸੱਦੀ ਗਈ ਆ, ਜਿਹਦੇ ਵਿੱਚ ਉਹਨਾਂ ਨੇ ਇਹ ਐਲਾਨ ਕੀਤਾ ਕਿ 5 ਸਤੰਬਰ ਨੂੰ ਪਿੰਡ ਦੇ ਵਿੱਚ ਕੋਈ ਕਿਸਾਨ ਵਿਰੋਧੀ ਮੀਟਿੰਗ ਨਹੀਂ ਹੋਣ ਦਿੱਤੀ ਜਾਊਗੀ। ਇਹ ਜਿਹੜੀਆਂ ਸਾਰੀਆਂ ਅਪੀਲਾਂ ਕੀਤੀਆਂ ਗਈਆਂ ਨੇ ਇਹਨਾਂ ਆਗੂਆਂ ਦੇ ਵੱਲੋਂ, ਕਿਸਾਨ ਆਗੂਆਂ ਦੇ ਵੱਲੋਂ, ਉਹ ਸਾਰੀਆਂ ਸਿਆਸੀ ਪਾਰਟੀਆਂ ਦੇ ਵਾਸਤੇ ਨੇ ਕਿ ਤੁਸੀਂ ਅਟਕ ਜਾਓ, ਥੋੜਾ ਜਿਹਾ ਸਾਹ ਲਓ, ਅਜੇ ਚੋਣਾਂ ਦੇ ਵਿੱਚ ਕਈ ਮਹੀਨੇ ਪਏ ਆ, ਤੁਸੀਂ ਹੁਣੇ ਤੇਜ਼ੀ ਦੇ ਨਾਲ ਇਹ ਚੋਣ ਸਰਗਰਮੀਆਂ ਆਰੰਭ ਕੇ ਕਿਉਂ ਲੋਕਾਂ ਨੂੰ ਆਮੋ ਸਾਹਮਣੇ ਕਰ ਰਹੇ ਹੋ ਜੀ? ਜੀ ਜ਼ਿਆਦਾ ਕਾਲੀਆਂ ਆ ਜੀ ਕੁਛ ਨਾ ਕੁਛ। ਤੇ ਅੱਗੇ ਸੁਖਬੀਰ ਬਾਦਲ ਦੀ ਗੱਲ ਕਰੀਏ ਤਾਂ ਇਸਨੇ ਰੈਲੀਆਂ ਨੂੰ ਤਾਂ ਕੈਂਸਲ ਕਰਨੇ ਨੂੰ ਕਿਹਾ ਆ, ਪਰ ਉਸ ਦੇ ਨਾਲ ਹੀ ਗੱਲਬਾਤ ਕਿਸਾਨਾਂ ਦੇ ਨਾਲ ਕਰਨ ਨੂੰ ਤਿਆਰ ਹੈ। ਆਪਾਂ ਗੱਲ ਕਈ ਦਿਨਾਂ ਤੋਂ ਕਰਦੇ ਆ ਰਹੇ ਹਾਂ ਕਿ ਜਿਹੜੇ ਪਤਾ ਨਹੀਂ ਉਹਦੇ ਸਲਾਹਕਾਰ ਕੌਣ ਨੇ, ਜਿਨ੍ਹਾਂ ਨੇ ਇਹ 100 ਦਿਨ ਦਾ ਪ੍ਰੋਗਰਾਮ ਉਲੀਕ ਕੇ ਉਹਨੂੰ ਫੜਾ ਦਿੱਤਾ। ਇਹ ਗੱਲ ਸੋਚੀ ਨਾ ਕਿ ਲੋਕਾਂ ਨੂੰ ਉਹਨੇ 10 ਸਾਲ ਦੇ ਰਾਜ ਜਿਹੜਾ ਸੀ ਉਹ ਭੁੱਲਿਆ ਨਹੀਂ ਅਜੇ, ਉਹ ਤਾਂ ਲੋਕਾਂ ਨੂੰ ਯਾਦ ਹੈ। ਲੋਕ ਸਵਾਲ ਕਰਦੇ ਆ, ਔਰ ਇਹ ਸਵਾਲਾਂ ਦੇ ਜੇਕਰ ਜਵਾਬ ਦੇ ਦਿੱਤੇ ਜਾਂਦੇ ਸ਼ੁਰੂਆਤੀ ਦੌਰ ਦੇ ਵਿੱਚ ਤੇ ਸ਼ਾਇਦ ਹੋ ਸਕਦਾ ਸੀਗਾ ਇਹ ਵਿਰੋਧ ਕੁਝ ਘੱਟ ਪੈ ਜਾਂਦਾ। ਉਹ ਸਵਾਲਾਂ ਤੋਂ ਭੱਜੇ, ਐਸਾ ਭੱਜੇ ਕਿ ਸਵਾਲ ਵੱਡੇ ਹੁੰਦੇ ਗਏ ਤੇ ਲੋਕਾਂ ਦੇ ਇਕੱਠ ਵੀ ਵੱਡੇ ਹੁੰਦੇ ਗਏ। ਇਹ ਇਕੱਠ ਹੁੰਦੇ ਹੁੰਦੇ ਮੋਗੇ ਤੱਕ ਇਸ ਤਰ੍ਹਾਂ ਦੇ ਵੱਡੇ ਹੋ ਗਏ ਕਿ ਪੁਲਿਸ ਨੇ ਲਾਠੀ ਚਾਰਜ ਕੀਤਾ, ਪੁਲਿਸ ਨੇ ਪਾਣੀ ਦੀਆਂ ਬੁਛਾਰਾਂ ਮਾਰੀਆਂ ਕਿਸਾਨਾਂ ਦੇ ਉੱਤੇ, ਕਿਸਾਨਾਂ ਤੇ ਪਰਚੇ ਦਰਜ ਹੋਏ, 200 ਕਿਸਾਨਾਂ ਦੇ ਉੱਤੇ ਪਰਚਾ ਦਰਜ ਹੋਇਆ, ਜਿਹਨੂੰ ਲੈ ਕੇ ਕਿਸਾਨਾਂ ਦੇ ਵਿੱਚ ਰੋਹ ਭਖਣਾ ਸ਼ੁਰੂ ਹੋ ਗਿਆ। ਇਹ ਰੋਹ ਅਕਾਲੀ ਦਲ ਬਾਦਲ ਨੇ ਹੁਣ ਮਹਿਸੂਸ ਕੀਤਾ ਤੇ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਸੀ ਉਹਨਾਂ ਨੇ ਕੱਲ ਇਹ ਐਲਾਨ ਕਰਤਾ ਕਿ ਉਹ ਪੋਸਟਪੋਨ ਕਰਦੇ ਆ ਆਪਣੀਆਂ ਇਹਨਾਂ ਰੈਲੀਆਂ ਨੂੰ ਤੇ 10 ਤੋਂ ਫੇਰ ਸ਼ੁਰੂ ਕਰਨਗੇ। 10 ਸਤੰਬਰ ਤੋਂ ਸਮਰਾਲੇ ਤੋਂ 10 ਤੋਂ ਸ਼ੁਰੂ ਕਰਦੇ ਆ ਤੇ ਉਸ ਤੋਂ ਬਾਅਦ ਕੀ ਇਹ ਵਿਰੋਧ ਹੋਣਾ ਖਤਮ ਹੋ ਜਾਊਗਾ? ਇਹ ਆਪਣੇ ਆਪ ਦੇ ਵਿੱਚ ਅਜੇ ਬੜਾ ਵੱਡਾ ਸਵਾਲ ਹੈ। ਸੁਖਬੀਰ ਸਿੰਘ ਬਾਦਲ ਜਿਹੜੇ ਕਿ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਆ, ਉਹਨਾਂ ਦੇ ਸਾਹਮਣੇ ਨਹੀਂ ਆਉਂਦੇ। ਇਹ ਪੇਸ਼ਕਸ਼ ਕਰ ਦਿੱਤੀ ਕਿ ਉਹ ਕਾਨੂੰਨਾਂ ਖਿਲਾਫ ਲਹਿਰ ਦੇ ਮਾਮਲੇ ਦੇ ਵਿੱਚ ਉਸਾਰੂ ਭੂਮਿਕਾ ਨਿਭਾਉਣ ਲਈ ਤਿਆਰ ਨੇ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਖੁੱਲੀ ਗੱਲਬਾਤ ਦੀ ਪੇਸ਼ਕਸ਼ ਜਿਹੜੀ ਉਹ ਕਰ ਦਿੱਤੀ ਹੈ। ਹੁਣ ਸਵਾਲ ਇਹ ਆ ਕਿ ਕਿਸਾਨ ਜਥੇਬੰਦੀਆਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਇਹ ਖੁੱਲੀ ਗੱਲਬਾਤ ਕਿਸ ਮਾਮਲੇ ਦੇ ਉੱਤੇ ਜਿਹੜਾ ਉਹ ਕਰਨਗੀਆਂ? ਕੀ ਸੁਖਬੀਰ ਸਿੰਘ ਬਾਦਲ ਹੋਰੀ ਕੇਂਦਰ ਦੇ ਵਿੱਚ ਕੋਈ ਅਥਾਰਟੀ ਨੇ ਜਿਹੜੇ ਕਿ ਇਹਨਾਂ ਖੇਤੀ ਕਾਨੂੰਨਾਂ ਦੇ ਬਾਰੇ ਦੇ ਵਿੱਚ ਕੋਈ ਵੱਡੀ ਤਬਦੀਲੀ ਲਿਆ ਸਕਦੇ ਆ? ਉਹ ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਕਿਉਂ ਕਰਨਾ ਚਾਹੁੰਦੇ ਆ? ਸੁਖਬੀਰ ਸਿੰਘ ਬਾਦਲ ਹੋਰੀ ਇੱਕ ਗੱਲ ਕਹਿੰਦੇ ਆ ਕਿ ਅਸੀਂ ਕੋਈ ਸਿਆਸਤ ਨਹੀਂ ਕਰ ਰਹੇ। ਉਹ ਕਹਿੰਦੇ ਮੈਂ ਤਾਂ ਪੰਜਾਬ ਦੇ ਵਿੱਚ ਗੱਲਬਾਤ ਕਰਨ ਦੇ ਵਾਸਤੇ ਗਿਆ ਪੰਜਾਬੀਆਂ ਦੇ ਨਾਲ। ਸਿਆਸਤ ਕਿਉਂ ਨਹੀਂ ਕਰ ਰਹੇ? ਸਿਆਸਤ ਹੀ ਤਾਂ ਹੈ। ਤੁਸੀਂ ਉਮੀਦਵਾਰ ਐਲਾਨ ਰਹੇ ਹੋ, ਤੁਸੀਂ ਉੱਥੇ ਚੋਣ ਮੈਨੀਫੈਸਟੋ ਜਿਹੜਾ ਤੁਹਾਡਾ ਉਹਦੀਆਂ ਗੱਲਾਂ ਦੱਸ ਰਹੇ ਹੋ ਲੋਕਾਂ ਨੂੰ ਇੱਕ ਇੱਕ ਕਰਕੇ, ਇੰਨਾ ਕੁਝ ਤੁਸੀਂ ਕਰ ਰਹੇ ਹੋ, ਫਿਰ ਤੁਸੀਂ ਕਹਿੰਦੇ ਹੋ ਕਿ ਮੈਂ ਉੱਥੇ ਸਿਆਸਤ ਨਹੀਂ ਕਰ ਰਿਹਾ। ਸਿਆਸਤ ਤਾਂ ਜਿਹੜੀ ਉਹ ਕੀਤੀ ਜਾ ਰਹੀ ਹੈ। ਸੁਖਬੀਰ ਸਿੰਘ ਬਾਦਲ ਇਹ ਵੀ ਕਹਿੰਦੇ ਨੇ ਕਿ ਸੂਬੇ ਦੀ ਸ਼ਾਂਤੀ ਭੰਗ ਕਰਨ ਤੇ ਪੰਜਾਬੀਆਂ ਨੂੰ ਆਪਸ ਦੇ ਵਿੱਚ ਇਹ ਲੜਾਉਣ ਦੀ ਸਾਜ਼ਿਸ਼ ਹੈ। ਜੇ ਇਹ ਸਾਜ਼ਿਸ਼ ਹੈ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਇਹ ਸਮਝਣਾ ਚਾਹੀਦਾ ਸੀਗਾ ਕਿ ਫਿਰ ਉਹ ਇਹ ਸਾਜ਼ਿਸ਼ ਦਾ ਹਿੱਸਾ ਬਣ ਕੇ ਇਹ ਰੈਲੀਆਂ ਕਰਨ ਦੇ ਵਾਸਤੇ ਬਜਿੱਦ ਕਿਉਂ ਨੇ? ਕਿਉਂ ਉਹ ਪੁਲਿਸ ਦੇ ਏਡੇ ਵੱਡੇ ਸਾਏ ਦੇ ਹੇਠ ਇਹ ਰੈਲੀਆਂ ਜਿਹੜੀਆਂ ਉਹ ਕਰ ਰਹੇ ਨੇ? ਜਿੰਨੀ ਪੁਲਿਸ ਉਹਨਾਂ ਦੇ ਨਾਲ ਲਾਈ ਜਾਂਦੀ ਆ ਜਾਂ ਬਾਕੀ ਸੁਰੱਖਿਆ ਦੇ ਵਾਸਤੇ ਲਾਈ ਜਾਂਦੀ ਆ, ਜਿਹੜੇ ਝੰਡੇ ਡੰਡੇ ਫੜਾ ਕੇ ਉਹ ਲੋਕਾਂ ਨੂੰ ਲੈ ਕੇ ਆਉਂਦੇ ਇਹਨਾਂ ਰੈਲੀਆਂ ਦੇ ਵਿੱਚ, ਇਹ ਕਿਸਾਨਾਂ ਦੇ ਸਾਹਮਣੇ ਉਹਨਾਂ ਨੂੰ ਕੌਣ ਕਰ ਰਿਹਾ ਤੇ ਕੌਣ ਇਹ ਜਿਹੜਾ ਇਹੋ ਜਿਹਾ ਮਾਹੌਲ ਸਿਰਜ ਰਿਹਾ ਕਿ ਲੋਕ ਆਪਸ ਦੇ ਵਿੱਚ ਲੜ? ਅਕਾਲੀ ਦਲ ਬਾਦਲ ਨੇ ਇਹ ਰੈਲੀਆਂ ਰੱਦ ਤਾਂ ਕਰ ਦਿੱਤੀਆਂ ਨੇ। ਘੱਟੋ ਘੱਟ ਜੇ ਉਹ ਸਮਝਦੇ ਆ ਕਿ ਕਿਸਾਨਾਂ ਦੇ ਵਾਸਤੇ ਕੋਈ ਮਾੜੇ ਮੋਟੇ ਸੁਹਿਰਦ ਹੈਗੇ ਨੇ ਤੇ ਕਿਸਾਨ ਜਥੇਬੰਦੀਆਂ ਦੀ ਅਪੀਲ ਦੇ ਉੱਤੇ ਹਾਲ ਦੀ ਘੜੀ ਇਹ ਰੱਦ ਕਰ ਦੇਣੀਆਂ ਚਾਹੀਦੀਆਂ ਨੇ ਤਾਂ ਕਿ ਆਪਸੀ ਭੇੜ ਘੱਟੋ ਘੱਟ ਰੋਕਿਆ ਜਾ ਸਕੇ। ਬਿਲਕੁਲ ਜੀ, ਆਪਸੀ ਭੇੜ ਤਾਂ ਬਹੁਤ ਵਧਾਇਆ ਹੋਇਆ। ਅੱਗੇ ਬਲਵੀਰ ਸਿੰਘ ਸਿੱਧੂ ਤੇ ਉਸ ਦੇ ਭਰਾ ਨੂੰ ਅਦਾਲਤ ਦਾ ਨੋਟਿਸ, ਇਹਨਾਂ ਨੇ ਜ਼ਮੀਨ ਹੜੱਪੀ ਹੈ ਗਊਸ਼ਾਲਾ ਦੀ। ਦੇਖੋ ਇਹ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਵਾਹਵਾ ਭਖਦਾ ਰਿਹਾ, ਬੜੇ ਕਾਗਜ਼ ਪੱਤਰ ਵੀ ਸਾਹਮਣੇ ਆ ਗਏ। ਇਹ ਕਮਜ਼ੋਰੀ ਰਹੀ ਵਿਰੋਧੀ ਧਿਰ ਦੀ ਕਿ ਉਹ ਇਸ ਮਾਮਲੇ ਨੂੰ ਉਭਾਰ ਨਹੀਂ ਸਕੀ, ਈਵਨ ਗੱਲ ਹੀ ਨਹੀਂ ਕੀਤੀ, ਕਿਉਂਕਿ ਵਿਰੋਧੀ ਧਿਰ ਆਮ ਆਦਮੀ ਪਾਰਟੀ ਹੈ। ਉਹਨਾਂ ਨੇ ਜਿਹੜੇ ਇੱਥੋਂ ਦੇ ਲੋਕਲ ਆਗੂ ਨੇ ਉਹਨਾਂ ਨੇ ਤਾਂ ਕੁਝ ਇਹਨੂੰ ਉਭਾਰਿਆ ਨਹੀਂ।
ਉਹ ਰਾਘਵ ਚੱਡਾ ਦਿੱਲੀ ਤੋਂ ਲੈ ਆਉਂਦੇ ਨੇ ਜੀ, ਉਹਨੂੰ ਨਹੀਂ ਪਤਾ ਲੱਗਦਾ ਕਿ ਇਹ ਮਸਲੇ ਕੀ ਨੇ। ਉਹ ਜੋ ਕੁਝ ਉਹਦੇ ਸਾਹਮਣੇ ਲਿਖ ਦਿੰਦੇ ਆ, ਉਹ ਲਿਖ ਕੇ ਇੱਥੇ ਆ ਕੇ ਪੜ੍ਹ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਚਲੇ ਜਾਂਦਾ। ਵਿਰੋਧੀ ਧਿਰ ਨੇ ਜਿਹੜੀ ਇਹ ਗੱਲ ਉਭਾਰੀ ਨਹੀਂ। ਇਹ ਬੜਾ ਵੱਡਾ ਮਸਲਾ ਐਕਚੁਅਲੀ। ਬਲੌਂਗੀ ਪਿੰਡ ਪੈਂਦਾ, 10 ਏਕੜ ਤੋਂ ਵੱਧ ਸ਼ਾਮਲਾਟ ਜ਼ਮੀਨ ਹੈ। ਇਹਨੂੰ ਲੀਜ਼ ਤੇ ਲੈ ਕੇ ਬਾਲ ਗੋਪਾਲ ਗਊ ਬਸੇਰਾ ਵੈਲਫੇਅਰ ਸੁਸਾਇਟੀ ਬਣਾਏ ਜਾਣ ਦਾ ਮਾਮਲਾ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ। ਇਹ ਜਿਹੜੀ ਸੁਸਾਇਟੀ ਬਣਾਈ ਗਈ ਆ, ਬਲਬੀਰ ਸਿੰਘ ਸਿੱਧੂ ਤੇ ਉਹਦੇ ਭਰਾ ਅਮਰਜੀਤ ਸਿੰਘ ਸਿੱਧੂ, ਜਿਹੜਾ ਜੀਤੀ ਸਿੱਧੂ ਆ, ਉਹਨਾਂ ਦੇ ਨਾਂ ਦੇ ਉੱਤੇ ਆ। ਇਹਨਾਂ ਨੇ ਐਡਰੈਸ ਵੀ ਆਪਣਾ ਜਿਹੜਾ ਉਹ ਦਿੱਤਾ ਹੋਇਆ। ਇਹ ਜਿਹੜੀ ਜ਼ਮੀਨ ਹੈ ਬਲੌਂਗੀ ਪਿੰਡ ਕਿਸੇ ਵੇਲੇ ਹੁੰਦਾ ਸੀਗਾ, ਅੱਜ ਤਾਂ ਇਹ ਮੁਹਾਲੀ ਦਾ ਪਾਰਟ ਹੈ। ਕਰੋੜਾਂ ਰੁਪਏ ਦੀ ਇਹ ਸੋਨੇ ਵਰਗੀ ਜ਼ਮੀਨ ਹੈ, ਜਿਹਨੂੰ ਇਹਨਾਂ ਨੇ ਆਪਣੇ ਨਾਂ ਦੇ ਉੱਤੇ ਜਿਹੜਾ ਦੀ ਉਹ ਕਰਾ ਲਿਆ। ਇਹਦਾ ਇੱਕ ਹੋਰ ਪੱਖ ਜਿਹੜਾ ਸਾਹਮਣੇ ਅਜੇ ਨਹੀਂ ਆਇਆ, ਆਊਗਾ ਜ਼ਰੂਰ। ਇਹਦੀ ਪਰਮਿਸ਼ਨ ਲਾਈ ਹੋਈ ਹੈ ਸਰਕਾਰ ਦੇ ਕੋਲੇ ਕਿ ਇਹਦਾ ਕੁਝ ਹਿੱਸੇ ਦੇ ਵਿੱਚ ਮਾਲ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਕਿ ਇਸ ਗਊਸ਼ਾਲਾ ਨੂੰ ਚਲਾਉਣ ਦੇ ਵਾਸਤੇ ਉੱਥੋਂ ਰੈਂਟ ਵਗੈਰਾ ਆ ਸਕੇ। ਸਮਝ ਸਕਦੇ ਹੋ ਤੁਸੀਂ ਕਿ ਇੱਕ ਵਾਰੀ ਗਊਸ਼ਾਲਾ ਦੇ ਨਾਂ ਦੇ ਉੱਤੇ ਇਹਨੂੰ ਲਿਖਾ ਕੇ ਆਪਣੀ ਇੱਕ ਗਊਸ਼ਾਲਾ ਬਣਾ ਕੇ ਇਹ ਜ਼ਮੀਨ ਹੜੱਪਣ ਦੀ ਜਿਹੜੀ ਉਹ ਤਿਆਰੀ ਹੈ। ਇੱਕ ਜਗ੍ਹਾ ਦੇ ਉੱਤੇ ਨਹੀਂ, ਥਾਂ ਥਾਂ ਦੇ ਉੱਤੇ। ਅਦਾਲਤ ਨੇ ਹੁਣ ਇਹਦੇ ਸਬੰਧ ਦੇ ਵਿੱਚ ਪੰਜਾਬ ਸਰਕਾਰ, ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ, ਮੁਹਾਲੀ ਦੇ ਮੇਅਰ ਜੀਤੀ ਸਿੱਧੂ, ਜਿਹੜਾ ਬਲਵੀਰ ਸਿੰਘ ਸਿੱਧੂ ਦਾ ਭਰਾ ਆ, ਬਲੌਂਗੀ ਦੀ ਗ੍ਰਾਮ ਪੰਚਾਇਤ ਤੇ ਗਊਸ਼ਾਲਾਵਾਂ ਦੇ ਟਰਸਟੀਆਂ ਤੇ ਹੋਰਾਂ ਨੂੰ ਨੋਟਿਸ ਜਾਰੀ ਕਰਕੇ 25 ਨਵੰਬਰ ਤੱਕ ਆਪਣਾ ਜਵਾਬ ਦਾਇਰ ਕਰਨ ਦੇ ਵਾਸਤੇ ਕਿਹਾ। ਹਾਈ ਕੋਰਟ ਦੇ ਵੱਲੋਂ ਇਹ ਕਾਰਵਾਈ ਬਲੌਂਗੀ ਦੇ ਸਾਬਕਾ ਪੰਚ ਕੇਸਰ ਸਿੰਘ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਜਿਹੜੀ ਉਹ ਕੀਤੀ ਗਈ ਹੈ। ਐਕਚੁਅਲੀ ਕਈ ਲੋਕ ਨੇ ਜਿਹੜੇ ਪਿਛਲੇ ਦਿਨਾਂ ਤੋਂ ਅਦਾਲਤ ਦੇ ਵਿੱਚ ਜਾਂਦੇ ਰਹੇ ਨੇ, ਉਹਨਾਂ ਵਕੀਲਾਂ ਦੀ ਵਜ੍ਹਾ ਕਰਕੇ ਹੀ ਇਹ ਨੋਟਿਸ ਸੰਭਵ ਹੋ ਸਕਿਆ, ਜਿਹੜੇ ਇਹ ਕਹਿੰਦੇ ਰਹੇ ਨੇ ਕਿ ਇਹ ਸਿਰਫ ਔਰ ਸਿਰਫ ਜ਼ਮੀਨ ਹੜੱਪਣ ਦੇ ਵਾਸਤੇ ਸਾਰਾ ਕੁਝ ਕੀਤਾ ਗਿਆ, ਕਿਸੇ ਨੂੰ ਕੋਈ ਗਊਸ਼ਾਲਾ ਨਾਲ ਲੈਣਾ ਦੇਣਾ ਨਹੀਂ ਗਾ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ ਬਠਿੰਡਾ ਥਰਮਲ ਦੀ। ਉੱਥੇ ਦੀਆਂ ਚਿਮਨੀਆਂ ਡਿਸਮੈਂਟਲ ਕੀਤੀਆਂ ਤੇ ਸਾਰਾ ਤੁਹਾਡਾ ਆਪਣੇ ਬਾਦਲ ਤੇ ਝਾੜਿਆ ਜਾ ਰਿਹਾ, ਮਨਪ੍ਰੀਤ ਤੇ। ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ 2019 ਦੇ ਵਿੱਚ ਥਾਂ ਥਾਂ ਦੇ ਉੱਤੇ ਰੈਲੀਆਂ ਕਰਦਿਆਂ ਇਹਨਾਂ ਚਿਮਨੀਆਂ ਦੇ ਵੱਲ ਇਸ਼ਾਰਾ ਕਰਕੇ ਇਹ ਗੱਲ ਆਖੀ ਸੀ ਕਿ ਮੈਂ ਇਹਨਾਂ ਚਿਮਨੀਆਂ ਦੇ ਵਿੱਚੋਂ ਧੂਆਂ ਨਿਕਲਦਾ ਕਰੂੰਗਾ, ਕਿਉਂਕਿ ਉਸ ਵੇਲੇ ਇਹ ਜਿਹੜਾ ਬਠਿੰਡਾ ਥਰਮਲ ਪਲਾਂਟ ਆ ਇਹ ਬੰਦ ਕਰ ਦਿੱਤਾ ਗਿਆ ਸੀ ਸਰਕਾਰ ਦੇ ਵੱਲੋਂ। ਲੋਕਾਂ ਨੇ ਭਰੋਸਾ ਕੀਤਾ ਮਨਪ੍ਰੀਤ ਸਿੰਘ ਬਾਦਲ ਦੇ ਉੱਤੇ। 19 ਦੀਆਂ ਚੋਣਾਂ ਹੋਣ ਤੋਂ ਫੌਰਨ ਬਾਅਦ ਸਰਕਾਰ ਨੇ ਇਹ ਫੈਸਲਾ ਲੈ ਲਿਆ ਕਿ ਇਹਨੂੰ ਥਰਮਲ ਪਲਾਂਟ ਨੂੰ ਚਲਾਇਆ ਨਹੀਂ ਜਾਊਗਾ। ਜਿਹੜੇ ਇਹ ਵੀ ਕੁਝ ਲੋਕ ਕਹਿੰਦੇ ਸੀ ਵੀ ਇਉਂ ਕਰੋ, ਇਹਦਾ ਇੱਕ ਯੂਨਿਟ ਪਖਾ ਲਓ, ਪਰਾਲੀ ਦੇ ਨਾਲ ਉਹਨੂੰ ਚਲਾ ਲਓ, ਕੁਝ ਤੁਹਾਨੂੰ ਮਸ਼ੀਨਰੀ ਬਦਲਣੀ ਪੈਣੀ ਆ। ਇੱਕ ਤਾਂ ਉਹਦੇ ਨਾਲ ਇਹ ਹੋ ਜਾਊਗਾ ਕਿ ਪਰਾਲੀ ਇਸ ਪੂਰੇ ਖਿੱਤੇ ਦੀ, ਘੱਟੋ ਘੱਟ ਮਾਲਵੇ ਦੇ ਖਿੱਤੇ ਦੀ ਪਰਾਲੀ ਜਿਹੜੀ ਆ ਉਹਦਾ ਮੁੱਲ ਕਿਸਾਨਾਂ ਨੂੰ ਮਿਲਣਾ ਸ਼ੁਰੂ ਹੋ ਜਾਊਗਾ। ਉਹ ਅੱਗ ਨਹੀਂ ਲਾਉਣਗੇ ਪਰਾਲੀ ਨੂੰ। ਸਰਕਾਰ ਨਹੀਂ ਮੰਨੀ। ਸਰਕਾਰ ਨੇ ਇਹਦੇ ਵਾਸਤੇ ਕੋਈ ਤਰੱਦਦ ਨਹੀਂ ਕੀਤਾ ਤੇ ਇੱਥੇ ਇਹ ਕਹਿਤਾ ਕਿ ਅਸੀਂ ਡਰੱਗ ਪਾਰਕ ਬਣਾਵਾਂਗੇ। ਹੁਣ ਡਰੱਗ ਪਾਰਕ ਜਿਹੜਾ ਬਣਾਉਣਾ ਸੀ ਉਹਦੇ ਵਾਸਤੇ ਜਿਹੜੀ ਸੈਂਟਰ ਦੀ ਸਰਕਾਰ ਆ ਉਹਦੀ ਪਰਮਿਸ਼ਨ ਤੋਂ ਬਿਨਾਂ ਬਣ ਨਹੀਂ ਸਕਦਾ। ਉਹਨੇ ਅਜੇ ਤੱਕ ਹਾਮੀ ਨਹੀਂ ਭਰੀ। ਜਿਹੜੀਆਂ ਚਿਮਨੀਆਂ ਸੀਗੀਆਂ ਉਹਨੂੰ ਡਿਸਮੈਂਟਲ ਕਰ ਦਿੱਤਾ ਗਿਆ ਪਿਛਲੇ ਦਿਨੀ। 2 ਜਿਹੜੀਆਂ ਚਿਮਨੀਆਂ ਸੀਗੀਆਂ ਇਹਦੀ ਵੀਡੀਓ ਵਾਇਰਲ ਹੋ ਗਈ ਡਿਸਮੈਂਟਲ ਕਰਦਿਆਂ ਦੀ। ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਭ ਤੋਂ ਵੱਧ ਤਵਾ ਜਿਹੜਾ ਲੱਗ ਰਿਹਾ ਉਹ ਪੰਜਾਬ ਦੇ ਜਿਹੜੇ ਖਾਲੀ ਖਜ਼ਾਨਾ ਮੰਤਰੀ ਨੇ ਮਨਪ੍ਰੀਤ ਸਿੰਘ ਬਾਦਲ, ਉਹਨਾਂ ਦੇ ਉੱਤੇ ਲੱਗ ਰਿਹਾ। ਲੋਕ ਇਹ ਕਹਿੰਦੇ ਆ ਕਿ ਤੁਸੀਂ ਇਹ ਕਹਿੰਦੇ ਸੀਗੇ ਚਿਮਨੀਆਂ ਚੋਂ ਧੂਆਂ ਕੱਢਾਂਗੇ, ਤੁਸੀਂ ਤਾਂ ਚਿਮਨੀਆਂ ਦਾ ਧੂਆਂ ਕੱਢ ਦਿੱਤਾ। ਬਠਿੰਡਾ ਥਰਮਲ ਦੇ 440 ਮੈਗਾਵਾਟ ਦੇ 4 ਯੂਨਿਟ ਸੀਗੇ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾ ਯੂਨਿਟ 22 ਸਤੰਬਰ 1974 ਨੂੰ ਚਾਲੂ ਹੋਇਆ। ਕੈਪਟਨ ਸਰਕਾਰ ਨੇ ਪਹਿਲੇ ਮਾਲੀ ਵਰ੍ਹੇ ਦੇ ਵਿੱਚ ਹੀ ਥਰਮਲ ਨੂੰ ਬੰਦ ਕਰਨ ਦਾ ਫੈਸਲਾ ਕੀਤਾ। ਬਠਿੰਡਾ ਵਾਸੀਆਂ ਦੇ ਕੋਲੋਂ ਇਹ ਕੱਲਾ ਸਨਅਤੀ ਪ੍ਰੋਜੈਕਟ ਸੀਗੀ ਜਿਹੜੀ ਖੋਹ ਲਈ ਗਈ, ਬਲਕਿ ਵਿਰਾਸਤ ਵੀ ਇੱਕ ਕਿਸਮ ਦੇ ਨਾਲ ਖੋਹ ਲਈ ਗਈ। ਜਿਹੜਾ ਡਿਸਮੈਂਟਲ ਕਰਨ ਦਾ ਸਮਾਨ ਜਿਹੜਾ ਦੀ ਉਹ ਵੇਚਿਆ ਗਿਆ 164 ਕਰੋੜ ਰੁਪਏ ਦੇ ਵਿੱਚ ਸਾਜੋ ਸਮਾਨ ਦੀ ਵਿਕਰੀ ਜਿਹੜੀ ਆ ਇਹਦੀ ਕੀਤੀ ਗਈ ਆ। 5 ਮਹੀਨਿਆਂ ਤੋਂ ਇਹ ਥਰਮਲ ਨੂੰ ਪੁੱਟਣ ਦਾ ਕੰਮ ਚੱਲ ਰਿਹਾ। 2 ਦਿਨਾਂ ਦੇ ਦੌਰਾਨ ਥਰਮਲ ਦੀਆਂ ਉੱਚੀਆਂ 4 ਚਿਮਨੀਆਂ ਢੇਰੀ ਕਰ ਦਿੱਤੀਆਂ ਗਈਆਂ ਨੇ। ਗੁਰੂ ਨਾਨਕ ਸਾਹਿਬ ਦੇ 500 ਸਾਲਾ ਮੌਕੇ ਦੇ ਉੱਤੇ ਬਠਿੰਡਾ ਥਰਮਲ ਪਲਾਂਟ ਸਮਰਪਿਤ ਕੀਤਾ ਗਿਆ ਸੀ ਪੰਜਾਬ ਵਾਲਿਆਂ ਨੂੰ। 550 ਸਾਲਾ ਮੌਕੇ ਦੇ ਉੱਤੇ ਇਹਨੂੰ ਡਿਸਮੈਂਟਲ
ਕਰਨ ਦੀ ਤਿਆਰੀ ਜਿਹੜੀ ਜੀ ਉਹ ਫੁੱਲ ਹੋ ਗਈ ਸੀ 50 ਸਾਲਾਂ ਦੇ ਵਿੱਚ। ਸਵਾਲ ਇਹ ਹੈ ਕਿ ਇੱਥੇ ਬਣਨਾ ਬਣਾਉਣਾ ਕੀ ਆ, ਡਰੱਗ ਪਾਰਕ ਬਣਾਏ ਜਾਣ ਦੇ ਇੱਛਕ ਨੇ, ਔਰ ਇਹ ਵੀ ਕਿਹਾ ਜਾ ਰਿਹਾ ਕਿ 33 ਸਾਲਾਂ ਲਈ ਇਹ ਜ਼ਮੀਨ ਦਿੱਤੀ ਜਾਣੀ ਹੈ। ਕਿੰਨੇ ਤੇ? 1 ਰੁਪਈਏ ਤੇ। 1 ਰੁਪਈਏ ਦੇ ਉੱਤੇ 33 ਸਾਲਾਂ ਦੀ ਇਹ ਜ਼ਮੀਨ ਦਿੱਤੀ ਜਾਣੀ ਆ, ਜਿਹੜੀ ਕਿ ਬਾਅਦ ਦੇ ਵਿੱਚ 99 ਸਾਲ ਦੀ ਲੀਜ਼ ਵੀ ਹੋ ਸਕਦੀ ਹੈ। ਇਹ ਕਿਹਨੂੰ ਦਿੱਤੀ ਜਾਊਗੀ? ਇਹਦੇ ਵਿੱਚ ਸਿਆਸਤਦਾਨਾਂ ਦੇ ਕੀ ਘੁੰਡੀਆਂ ਹੋਣਗੀਆਂ, ਇਹ ਤਾਂ ਪੁੱਛਣ ਦੱਸਣ ਦੀ ਲੋੜ ਨਹੀਂ। ਬਹੁਤ ਸਾਰਾ ਕੁਝ ਜਿਹੜਾ ਦੀ ਉਹ ਸਾਹਮਣੇ ਆ ਜਾਣਾ ਕਿ ਕਿਹੜੇ ਕਿਹੜੇ ਲੋਕ ਨੇ ਇਹਦੇ ਵਿੱਚ। ਮਤਲਬ ਕਿ ਜਿਹੜੇ ਸਰਕਾਰੀ ਚੀਜ਼ਾਂ ਸੀ, ਇਹ ਸਰਕਾਰ ਦੀਆਂ ਤਾਂ ਹੈ ਨਹੀਂ, ਇਹ ਤਾਂ ਲੋਕਾਂ ਦੀਆਂ ਨੇ, ਲੋਕਾਂ ਦੇ ਪੈਸੇ ਦੇ ਨਾਲ ਬਣਾਈਆਂ ਨੇ। ਸਰਕਾਰਾਂ ਨੇ ਕਿਹੜਾ ਪੱਲਿਓਂ ਪੈਸੇ ਲੈ ਕੇ ਬਣਾਈਆਂ ਨੇ। ਇਹਦੇ ਬਾਵਜੂਦ ਜਿਹੜਾ ਲੋਕਾਂ ਨੂੰ ਤਾਂ ਕਿਤੇ ਪੁੱਛਿਆ ਤੱਕ ਨਹੀਂ ਗਿਆ ਇਹਦੇ ਬਾਰੇ ਦੇ ਵਿੱਚ। ਔਰ ਇਸ ਵੇਲੇ ਇਹਨੂੰ ਡਿਸਮੈਂਟਲ ਕਰਨ ਦੇ ਵਾਸਤੇ ਜਿਹੜੀ ਆ ਉਹ ਕੋਸ਼ਿਸ਼ ਹੀ ਨਹੀਂ, ਬਲਕਿ ਲਗਭਗ ਤਿਆਰੀ ਆ ਕਿ ਆਉਂਦੇ ਦਿਨਾਂ ਦੇ ਦੌਰਾਨ ਬਹੁਤ ਦੂਰ ਤੋਂ ਦਿਸਦੀਆਂ ਬਠਿੰਡੇ ਦੇ ਜਿਹੜੇ ਦਿਓ ਕੱਦ ਚਿਮਨੀਆਂ ਨੇ ਉਹ ਵੀ ਡਿਸਮੈਂਟਲ ਕਰ ਦਿੱਤੀਆਂ ਜਾਣਗੀਆਂ। ਹੁਣ ਇਹ ਨਹੀਂ ਪਤਾ ਜਿਹੜੀਆਂ ਇਹਦੇ ਨੇੜੇ ਝੀਲਾਂ ਨੇ ਉਹ ਵੀ ਸਿਆਸਤਦਾਨ ਹੜੱਪ ਜਾਣਗੇ ਜਾਂ ਫਿਰ ਉਹ ਛੱਡੀਆਂ ਜਾਣਗੀਆਂ। ਬਹੁਤ ਕੁਝ ਕੀਤਾ ਹੋਣਾ ਜੀ ਉਹਨਾਂ ਨੇ ਪੇਪਰਾਂ ਦੇ ਵਿੱਚ। ਤੇ ਅਖੀਰ ਦੇ ਵਿੱਚ ਭਗਵੰਤ ਮਾਨ ਦੀ ਜੇ ਗੱਲ ਕਰੀਏ, ਉਸਨੂੰ ਚਿਹਰਾ ਐਲਾਨਣ ਨੂੰ ਲੈ ਕੇ ਸਿਆਸਤ ਹੋਰ ਭਖੀ ਹੈ। ਦੇਖੋ ਇਸ ਵੇਲੇ ਬੇਸ਼ੱਕ ਜਿਹੜੀ ਪਾਰਟੀ ਆ ਉਹ ਵੀ ਚੁੱਪ ਹੈ, ਭਗਵੰਤ ਮਾਨ ਹੋਰੀ ਵੀ ਚੁੱਪ ਨੇ। ਪਾਰਟੀ ਇਸ ਕਰਕੇ ਚੁੱਪ ਹੈ ਕਿ ਪਾਰਟੀ ਦਾ ਆਲ ਐਂਡ ਆਲ ਜਾਂ ਬੋਲਣ ਵਾਲੇ ਅਰਵਿੰਦ ਕੇਜਰੀਵਾਲ ਉਹ ਗਏ ਆ ਮੌਨ ਦੇ ਉੱਤੇ, 8 ਦਿਨਾਂ ਦੇ ਮੌਨ ਤੇ ਰਾਜਸਥਾਨ ਗਏ ਹੋਏ ਆ। ਉਹ ਵਾਪਸ ਆਉਣਗੇ ਤਾਂ ਕੁਝ ਕਰ ਸਕਦੇ, ਕਿਸੇ ਕੋਲੇ ਹੈ ਹੀ ਨਹੀਂ, ਅਥਾਰਟੀ ਨਹੀਂ ਹੈ ਕੋਈ ਗੱਲਬਾਤ ਜਿਹੜੀ ਉਹ ਕਰ ਸਕੇ। ਜਿਹੜੇ ਵॉलंटियर ਨੇ ਪੰਜਾਬ ਦੇ ਵਿੱਚੋਂ ਜਾਂ ਜਿਹੜੇ ਇਹਨਾਂ ਨੇ ਐਲਾਨੇ ਹੋਏ ਨੇ ਡਿਸਟ੍ਰਿਕਟ ਇੰਚਾਰਜ, ਉਹ ਹੋ ਗਏ, ਇਹਨਾਂ ਦੇ ਵਿੱਚੋਂ ਕੁਝ MLA ਹੋ ਗਏ, ਉਹ ਸਾਰੇ ਦੇ ਸਾਰੇ ਭਗਵੰਤ ਮਾਨ ਹੋਰਾਂ ਦੇ ਘਰ ਵੱਡੀ ਗਿਣਤੀ ਦੇ ਵਿੱਚ ਜਾ ਰਹੇ ਆ। ਸਵੇਰ ਤੋਂ ਇਹ ਲੋਕ ਜਾਣੇ ਸ਼ੁਰੂ ਹੋ ਜਾਂਦੇ ਆ, ਹਨੇਰਾ ਪੈਣ ਤੱਕ ਤਕਰੀਬਨ ਹਰ ਜ਼ਿਲ੍ਹੇ ਦੇ ਵਿੱਚੋਂ ਲੋਕ ਪਹੁੰਚ ਰਹੇ ਆ ਭਗਵੰਤ ਮਾਨ ਹੋਰਾਂ ਦੇ ਕੋਲੇ। ਭਗਵੰਤ ਮਾਨ ਹੋਰੀ ਨਾ ਤਾਂ ਮੀਡੀਆ ਦੇ ਸਾਹਮਣੇ ਆ ਕੇ ਕੁਝ ਕਹਿ ਰਹੇ ਆ, ਨਾ ਕੋਈ ਬਿਆਨ ਉਹਨਾਂ ਨੇ ਮੀਡੀਆ ਨੂੰ ਲਿਖਤੀ ਰੂਪ ਦੇ ਵਿੱਚ ਜਾਰੀ ਕੀਤਾ। ਮੀਡੀਆ ਦਾ ਇੰਨਾ ਜ਼ਰੂਰ ਆ ਕਿ ਉੱਥੇ ਵੱਡੀ ਗਿਣਤੀ 'ਚ ਮੀਡੀਆ ਵੀ ਪਹੁੰਚਣ ਲੱਗ ਗਿਆ, ਕਿਉਂਕਿ ਜਦੋਂ ਇੰਨੇ ਲੋਕ ਪਹੁੰਚ ਰਹੇ ਆ ਤੇ ਮੀਡੀਆ ਤਾਂ ਉੱਥੇ ਚਲੇ ਹੀ ਜਾਂਦਾ। ਲੋਕ ਜਿਹੜੇ ਨੇ ਉਹ ਇਹ ਕਹਿ ਰਹੇ ਆ ਕਿ ਜਿਹੜੀ ਪਾਰਟੀ ਆ ਉਹ ਗਲਤੀ ਕਰ ਰਹੀ ਆ ਭਗਵੰਤ ਮਾਨ ਹੋਰਾਂ ਨੂੰ ਨਾ ਐਲਾਨ ਕੇ, ਜਿਨ੍ਹਾਂ ਨੇ ਕਿ ਪਾਰਟੀ ਦੇ ਵਾਸਤੇ ਜਿਉਂ ਪਾਰਟੀ ਪੰਜਾਬ ਦੇ ਵਿੱਚ ਆਈ ਆ ਉਦੋਂ ਤੋਂ ਉਹਨਾਂ ਨੇ ਉਹਦੇ ਵਾਸਤੇ ਕੰਮ ਕੀਤਾ। ਜਦੋਂ ਕਿ ਪਾਰਟੀ ਦੇ ਅੰਦਰੂਨੀ ਸੂਤਰ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਹੋਰੀ ਨਹੀਂ ਚਾਹੁੰਦੇ ਕਿ ਭਗਵੰਤ ਮਾਨ ਹੋਰਾਂ ਦਾ ਨਾਮ ਐਜ਼ ਏ CM ਕੈਂਡੀਡੇਟ ਦੇ ਵਜੋਂ ਉਭਾਰਿਆ ਜਾਵੇ ਜਾਂ ਸਾਹਮਣੇ ਲਿਆਂਦਾ ਜਾਵੇ। ਆਮ ਆਦਮੀ ਪਾਰਟੀ ਚਿਹਰਿਆਂ ਦੀ ਭਾਲ ਦੇ ਵਿੱਚ ਹੈ ਕਿ ਕੋਈ ਹੋਰ ਚਿਹਰਾ ਲਿਆ ਕੇ ਪੰਜਾਬ ਦੇ ਵਿੱਚ ਖੜਾ ਕੀਤਾ ਜਾਵੇ, ਜਿਹਨੂੰ ਉਹ ਮੁੱਖ ਮੰਤਰੀ ਦਾ ਚਿਹਰਾ ਐਲਾਨਣ। ਅੰਦਰ ਖਾਤੇ ਇਹ ਵੀ ਗੱਲਾਂ ਜਿਹੜੀਆਂ ਦੀ ਉਹ ਚੱਲਦੀਆਂ ਨੇ ਕਿ ਅਰਵਿੰਦ ਕੇਜਰੀਵਾਲ ਹੋਰੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਆ। ਵੈਸੇ ਜੇ ਉਹ ਬਣਨਾ ਚਾਹੁੰਦੇ ਆ ਤੇ ਇਹਦੇ ਵਿੱਚ ਕੁਝ ਗਲਤ ਨਿਗਾ, ਉਹਨਾਂ ਨੂੰ ਆਪਣਾ ਨਾਮ ਅਨਾਉਂਸ ਕਰ ਦੇਣਾ ਚਾਹੀਦਾ। ਨਹੀਂ ਤਾਂ ਅਦਰਵਾਈਜ਼ ਇਹ ਆ ਜੀ ਕਿ ਪਾਰਟੀ ਨੇ ਜਿਹੜੀ ਮਾੜੀ ਮੋਟੀ ਭੱਲ ਬਚਾਈ ਆ, ਜੇ ਇਹੀ ਉਹਦੇ ਹਾਲਾਤ ਰਹੇ ਤੇ ਉਹਨੇ ਬਚਦੀ ਜਿਹੜੀ ਭੱਲ ਹੈ ਉਹ ਖਰਾਬ ਕਰ ਲੈਣੀ ਹੈ। ਤੇ ਇਹਦਾ ਬਿਨਾਂ ਕਿਸੇ ਸ਼ੱਕ ਦੇ ਵਿੱਚ ਜਿਹੜਾ ਫਾਇਦਾ ਉਹ ਖੇਤਰੀ ਪਾਰਟੀਆਂ ਨੂੰ ਹੋਊਗਾ। ਬਿਲਕੁਲ ਜੀ, ਬਿਲਕੁਲ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ, ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।